ਕਦੇ ਸੋਚਿਆ ਹੈ ਕਿ ਸਾਡੇ ਅੰਦਰ ਹੀ ਇੱਕ ਅਸੀਮ ਸ਼ਕਤੀ ਦਾ ਖਜ਼ਾਨਾ ਲੁਕਿਆ ਹੋਇਆ ਹੈ? ਅੱਜ ਅਸੀਂ ਅਗਸਤ 1968 ਦੇ ਅਖੰਡ ਜਯੋਤੀ ਦੇ ਪੰਨਿਆਂ 'ਚੋਂ ਇਸੇ ਸੱਚਾਈ ਦੀ ਡੂੰਘਾਈ ਵਿੱਚ ਉਤਰਾਂਗੇ। ਯੁਗ ਰਿਸ਼ੀ ਪੰਡਿਤ ਸ਼੍ਰੀ ਰਾਮ ਸ਼ਰਮਾ ਆਚਾਰਿਆ ਜੀ ਦੇ ਇਹ ਸ਼ਬਦ ਸਾਨੂੰ ਸਵੈ-ਖੋਜ ਦੀ ਇੱਕ ਅਦਭੁਤ ਯਾਤਰਾ ਤੇ ਲੈ ਜਾਣਗੇ। ਆਓ ਮਿਲ ਕੇ ਇਸ ਗਿਆਨ ਦੇ ਦਰਵਾਜ਼ੇ ਨੂੰ ਖੋਲੀਏ। ਸਾਡੀ ਸਾਰੀ ਗੱਲਬਾਤ ਦਾ ਕੇਂਦਰ ਇਹੀ ਇੱਕ ਵਾਕ ਹੈ, ਮਨੁੱਖ ਅਨੰਤ ਸ਼ਕਤੀ ਦਾ ਭੰਡਾਰ ਹੈ। ਜ਼ਰਾ ਇਸ ਤੇ ਗੌਰ ਕਰੋ, ਇਹ ਸਿਰਫ ਕੋਈ ਕਹੀ ਸੁਣੀ ਗੱਲ ਨਹੀਂ ਬਲਕਿ ਇੱਕ ਡੂੰਘੀ ਸੱਚਾਈ ਹੈ। ਇਹ ਸਾਨੂੰ ਯਾਦ ਦਿਲਵਾਉਂਦਾ ਹੈ ਕਿ ਅਸੀਂ ਜਿੰਨਾ ਆਪਣੇ ਆਪ ਨੂੰ ਸਮਝਦੇ ਹਾਂ ਉਸ ਤੋਂ ਕਿਤੇ ਵੱਧ ਹਾਂ। ਸਾਡੇ ਸਾਰਿਆਂ ਅੰਦਰ ਇੱਕ ਬੇਅੰਤ ਸੰਭਾਵਨਾ ਮੌਜੂਦ ਹੈ, ਬਸ ਇੱਥੋਂ ਹੀ ਸਾਡੀ ਖੋਜ ਸ਼ੁਰੂ ਹੁੰਦੀ ਹੈ। ਤਾਂ ਸਾਡੀ ਇਹ ਯਾਤਰਾ 5 ਪੜਾਵਾਂ ਵਿੱਚੋਂ ਗੁਜ਼ਰੇਗੀ। ਪਹਿਲਾਂ ਅਸੀਂ ਉਸ ਅੰਦਰੂਨੀ ਸ਼ਕਤੀ ਨੂੰ ਜਾਣਾਂਗੇ, ਫਿਰ ਉਸ ਨੂੰ ਜਗਾਉਣ ਦੇ ਤਰੀਕੇ ਸਿੱਖਾਂਗੇ, ਉਸ ਤੋਂ ਬਾਅਦ ਅੰਦਰੂਨੀ ਵਿਕਾਸ ਨੂੰ ਸਮਝਾਂਗੇ, ਇੱਕ ਮਕਸਦ ਭਰਿਆ ਜੀਵਨ ਜਿਉਣਾ ਸਿੱਖਾਂਗੇ ਅਤੇ ਅਖੀਰ ਵਿੱਚ ਇੱਕ ਨਵੇਂ ਯੁੱਗ ਲਈ ਇਸ ਦੇ ਮਹਾਨ ਮਿਸ਼ਨ ਨੂੰ ਪਛਾਣਾਂਗੇ। ਤਾਂ ਫਿਰ ਆਓ ਸ਼ੁਰੂ ਕਰੀਏ ਪਹਿਲੇ ਭਾਗ ਨਾਲ, ਅੰਦਰੂਨੀ ਅਨੰਤ ਸ਼ਕਤੀ। ਚਲੋ ਦੇਖੀਏ ਕਿ ਇਹ ਅਣਵਰਤੀ ਹੋਈ ਸਮਰੱਥਾ ਅਸਲ ਵਿੱਚ ਹੈ ਕੀ। ਦੇਖੋ, ਸਾਰੀ ਅਧਿਆਤਮਿਕ ਉੱਨਤੀ ਇੱਕ ਸਧਾਰਨ ਜੀ ਗੱਲ ਤੋਂ ਸ਼ੁਰੂ ਹੁੰਦੀ ਹੈ। ਇਸ ਗੱਲ ਨੂੰ ਮੰਨ ਲੈਣਾ ਕਿ ਹਾਂ, ਸਾਡੇ ਅੰਦਰ ਸੱਚਮੁੱਚ ਹੀ ਸ਼ਕਤੀ ਦਾ ਇੱਕ ਅਮੁੱਕ ਭੰਡਾਰ ਹੈ। ਇਸ ਸੱਚਾਈ ਨੂੰ ਸਵੀਕਾਰ ਕਰਨਾ ਹੀ ਉਹ ਪਹਿਲਾ ਕਦਮ ਹੈ, ਉਹ ਪਹਿਲੀ ਚਾਬੀ ਹੈ ਜੋ ਅੱਗੇ ਦੇ ਸਾਰੇ ਦਰਵਾਜ਼ੇ ਖੋਲ੍ਹਦੀ ਹੈ। ਚੰਗਾ, ਤਾਂ ਹੁਣ ਜਦੋਂ ਅਸੀਂ ਆਪਣੀ ਸ਼ਕਤੀ ਨੂੰ ਪਹਿਚਾਣ ਲਿਆ ਤਾਂ ਸਵਾਲ ਇਹ ਹੈ ਕਿ ਇਸ ਨੂੰ ਜਗਾਇਆ ਕਿਵੇਂ ਜਾਵੇ। ਇਹ ਹੈ ਸਾਡਾ ਦੂਜਾ ਭਾਗ, ਅਧਿਆਤਮਿਕ ਅਭਿਆਸ ਦਾ ਮਾਰਗ। ਇਸ ਮਾਰਗ ਤੇ ਪਹਿਲਾ ਸਾਧਨ ਹੈ ਉਪਾਸਨਾ। ਹੁਣ ਦੇਖੋ, ਉਪਾਸਨਾ ਦਾ ਮਤਲਬ ਸਿਰਫ ਪੂਜਾ ਪਾਠ ਜਾਂ ਰਸਮਾਂ ਹੀ ਨਹੀਂ ਹੈ। ਇਸ ਦਾ ਅਸਲ ਮਕਸਦ ਹੈ ਆਤਮ ਸ਼ਾਂਤੀ, ਯਾਨੀ ਮਨ ਦੀ ਡੂੰਘੀ ਸ਼ਾਂਤੀ ਨੂੰ ਹਾਸਲ ਕਰਨਾ, ਕਿਉਂਕਿ ਅਸਲ ਤਾਕਤ ਇਸੇ ਸ਼ਾਂਤੀ ਵਿੱਚੋਂ ਹੀ ਪੈਦਾ ਹੁੰਦੀ ਹੈ। ਅਤੇ ਉਪਾਸਨਾ ਦੇ ਨਾਲ ਹੀ ਹੈ ਪ੍ਰੇਮ। ਇੱਥੇ ਪ੍ਰੇਮ ਨੂੰ ਸਿਰਫ ਇੱਕ ਭਾਵਨਾ ਜਾਂ ਅਹਿਸਾਸ ਨਹੀਂ ਮੰਨਿਆ ਗਿਆ, ਇਹ ਤਾਂ ਇੱਕ ਮੂਲ ਅਧਿਆਤਮਿਕ ਸ਼ਕਤੀ ਹੈ, ਇੱਕ ਅਜਿਹੀ ਊਰਜਾ ਜੋ ਸਾਨੂੰ ਸਾਰੇ ਬ੍ਰਹਿਮੰਡ ਨਾਲ ਜੋੜਦੀ ਹੈ। ਅਕਸਰ ਜਦੋਂ ਅਸੀਂ ਅਧਿਆਤਮਿਕ ਜੀਵਨ ਬਾਰੇ ਸੁਣਦੇ ਹਾਂ ਤਾਂ ਮਨ ਵਿੱਚ ਸਭ ਕੁਝ ਛੱਡ-ਛਡਾ ਦੇਣ ਦਾ ਖਿਆਲ ਆਉਂਦਾ ਹੈ ਨਾ, ਪਰ ਇੱਥੇ ਇੱਕ ਬਿਲਕੁਲ ਵੱਖਰਾ ਨਜ਼ਰੀਆ ਹੈ। ਅਧਿਆਤਮਿਕ ਜੀਵਨ ਨੂੰ ਤਾਂ ਆਨੰਦ ਅਤੇ ਖੁਸ਼ੀ ਦਾ ਸੋਮਾ ਦੱਸਿਆ ਗਿਆ ਹੈ। ਇਹ ਸੰਸਾਰ ਤੋਂ ਭੱਜਣਾ ਨਹੀਂ ਬਲਕਿ ਸੱਚੀ ਖੁਸ਼ੀ ਨੂੰ ਪਾਉਣਾ ਹੈ। ਠੀਕ ਹੈ, ਤਾਂ ਜਦੋਂ ਇਹ ਅਭਿਆਸ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਜਾਂਦੇ ਹਨ ਤਾਂ ਸਾਡੇ ਅੰਦਰ ਕੀ ਬਦਲਦਾ ਹੈ? ਆਓ ਹੁਣ ਇਸ ਅੰਦਰੂਨੀ ਪਰਿਵਰਤਨ ਤੇ ਇੱਕ ਨਜ਼ਰ ਮਾਰੀਏ। ਸਭ ਤੋਂ ਪਹਿਲੀ ਅਤੇ ਜ਼ਰੂਰੀ ਗੱਲ ਹੈ, ਆਪਣਾ ਸਨਮਾਨ ਆਪ ਕਰੋ। ਦੇਖੋ, ਅਸਲ ਇੱਜ਼ਤ ਬਾਹਰੋਂ ਨਹੀਂ ਮਿਲਦੀ, ਇਹ ਤਾਂ ਅੰਦਰੋਂ ਸ਼ੁਰੂ ਹੁੰਦੀ ਹੈ। ਆਪਣੇ ਆਪ ਦਾ ਸਤਿਕਾਰ ਕਰਨਾ ਸਿਰਫ ਇੱਕ ਚੰਗੀ ਆਦਤ ਨਹੀਂ, ਸਗੋਂ ਇੱਕ ਮਜ਼ਬੂਤ ਅਧਿਆਤਮਿਕ ਜੀਵਨ ਦੀ ਨੀਂਹ ਹੈ। ਅਤੇ ਜਿੱਥੇ ਸਵੈ-ਸਨਮਾਨ ਇੱਕ ਫਰਜ਼ ਹੈ, ਉੱਥੇ ਹੀ ਸਵੈ-ਵਿਨਾਸ਼ ਨੂੰ ਇੱਕ ਵੱਡਾ ਪਾਪ ਮੰਨਿਆ ਗਿਆ ਹੈ। ਆਪਣੀ ਅੰਦਰੂਨੀ ਤਾਕਤ ਨੂੰ ਨਾ ਪਹਿਚਾਨਣਾ, ਉਸ ਖਜ਼ਾਨੇ ਤੇ ਧੂੜ ਜੰਮਣ ਦੇਣਾ, ਅਸਲ ਵਿੱਚ ਇੱਕ ਬਹੁਤ ਵੱਡੀ ਅਧਿਆਤਮਿਕ ਗਲਤੀ ਹੈ। ਇੱਥੇ ਦੋ ਬਹੁਤ ਹੀ ਖੂਬਸੂਰਤ ਅੰਦਰੂਨੀ ਹਾਲਤਾਂ ਦੀ ਗੱਲ ਕੀਤੀ ਗਈ ਹੈ। ਇੱਕ ਪਾਸੇ ਹੈ ਖੁਸ਼ ਰਹਿਣ ਦੀ ਕਲਾ ਅਤੇ ਦੂਜੇ ਪਾਸੇ ਹੈ ਉਹ ਗਹਿਰੀ ਸ਼ਾਂਤੀ ਜੋ ਸਿਰਫ ਸੰਤੋਖ ਤੋਂ ਮਿਲਦੀ ਹੈ। ਇੱਕ ਸੰਪੂਰਨ ਅਧਿਆਤਮਿਕ ਜੀਵਨ ਲਈ ਇਹ ਦੋਵੇਂ ਹੀ ਬਹੁਤ ਜ਼ਰੂਰੀ ਹਨ। ਤਾਂ ਫਿਰ ਇਹ ਜੋ ਸਾਰਾ ਅੰਦਰੂਨੀ ਬਦਲਾਅ ਆਇਆ, ਇਹ ਸਾਡੇ ਜੀਵਨ ਵਿੱਚ, ਸਾਡੇ ਕੰਮਾਂ ਵਿੱਚ ਕਿਵੇਂ ਝਲਕਦਾ ਹੈ? ਅਸਲ ਅਧਿਆਤਮਿਕਤਾ ਸਿਰਫ ਮਹਿਸੂਸ ਕਰਨ ਦੀ ਚੀਜ਼ ਨਹੀਂ, ਇਹ ਤਾਂ ਜਿਉਣ ਦੀ ਕਲਾ ਹੈ। ਆਓ ਹੁਣ ਇਸੇ ਤੇ ਗੱਲ ਕਰੀਏ। ਇੱਕ ਸਾਰਥਕ ਅਤੇ ਮਕਸਦ ਭਰਿਆ ਜੀਵਨ ਜਿਉਣ ਲਈ 3 ਸੂਤਰ ਦਿੱਤੇ ਗਏ ਹਨ। ਪਹਿਲਾ, ਪਰਹਿਤ ਯਾਨੀ ਦੂਜਿਆਂ ਦੀ ਸੇਵਾ। ਦੂਜਾ, ਸਰਲ ਜੀਵਨ ਯਾਨੀ ਸਾਦਗੀ। ਅਤੇ ਤੀਜਾ, ਗਿਆਨ ਅਤੇ ਕਿਰਤ ਦਾ ਸੁਮੇਲ। ਜਦੋਂ ਇਹ ਤਿੰਨੇ ਮਿਲ ਜਾਂਦੇ ਹਨ ਤਾਂ ਜ਼ਿੰਦਗੀ ਖੁਦ ਇੱਕ ਮਕਸਦ ਬਣ ਜਾਂਦੀ ਹੈ। ਕਿੰਨੀ ਸਿੱਧੀ ਤੇ ਸਪਸ਼ਟ ਗੱਲ ਹੈ ਨਾ? ਦੂਜਿਆਂ ਦੀ ਭਲਾਈ ਤੋਂ ਵੱਡਾ ਕੋਈ ਪੁੰਨ ਹੋ ਹੀ ਨਹੀਂ ਸਕਦਾ। ਬਿਨਾਂ ਕਿਸੇ ਸਵਾਰਥ ਤੋਂ ਦੂਜਿਆਂ ਦੀ ਸੇਵਾ ਕਰਨਾ, ਇਹੀ ਸਭ ਤੋਂ ਵੱਡਾ ਧਰਮ ਹੈ, ਸਭ ਤੋਂ ਵੱਡਾ ਪੁੰਨ ਹੈ। ਅਤੇ ਸੇਵਾ ਦੇ ਨਾਲ-ਨਾਲ ਇੱਕ ਹੋਰ ਚੀਜ਼ ਹੈ ਜਿਸ ਨੂੰ ਸਭ ਤੋਂ ਉੱਚਾ ਦਰਜਾ ਦਿੱਤਾ ਗਿਆ ਹੈ, ਅਤੇ ਉਹ ਹੈ ਗਿਆਨ। ਕਿਹਾ ਗਿਆ ਹੈ ਕਿ ਇਸ ਸੰਸਾਰ ਵਿੱਚ ਗਿਆਨ ਤੋਂ ਵੱਧ ਕੀਮਤੀ ਕੁਝ ਵੀ ਨਹੀਂ ਹੈ। ਇਹੀ ਉਹ ਰੋਸ਼ਨੀ ਹੈ ਜੋ ਸਾਨੂੰ ਸਹੀ ਰਾਹ ਦਿਖਾਉਂਦੀ ਹੈ। ਚਲੋ, ਹੁਣ ਅਸੀਂ ਆਪਣੀ ਯਾਤਰਾ ਦੇ ਆਖਰੀ ਪੜਾਅ ਤੇ ਪਹੁੰਚਦੇ ਹਾਂ। ਜਦੋਂ ਇਹ ਗਿਆਨ ਹਾਸਿਲ ਹੋ ਜਾਂਦਾ ਹੈ ਤਾਂ ਕੀ ਕੰਮ ਖਤਮ ਹੋ ਜਾਂਦਾ ਹੈ? ਨਹੀਂ, ਅਸਲ ਵਿੱਚ ਉੱਥੋਂ ਇੱਕ ਨਵਾਂ ਅਤੇ ਬਹੁਤ ਵੱਡਾ ਮਿਸ਼ਨ ਸ਼ੁਰੂ ਹੁੰਦਾ ਹੈ। ਇਹ ਜੋ ਨਵੇਂ ਯੁੱਗ ਦੀ ਵਿਚਾਰਧਾਰਾ ਹੈ, ਇਹ ਕਿਸੇ ਖਾਸ ਦੇਸ਼, ਧਰਮ ਜਾਂ ਭਾਸ਼ਾ ਦੀਆਂ ਹੱਦਾਂ ਵਿੱਚ ਬੱਝੀ ਹੋਈ ਨਹੀਂ ਹੈ। ਇਹ ਤਾਂ ਇੱਕ ਸੱਦਾ ਹੈ ਕਿ ਇਸ ਗਿਆਨ ਦੀ ਰੋਸ਼ਨੀ ਦੁਨੀਆ ਦੇ ਹਰ ਕੋਨੇ,
ਹਰ ਇਨਸਾਨ ਤੱਕ ਪਹੁੰਚੇ ਤਾਂ ਜੋ ਸਾਰੀ ਮਨੁੱਖਤਾ ਦਾ ਭਲਾ ਹੋ ਸਕੇ। ਤਾਂ ਫਿਰ ਸਵਾਲ ਇਹ ਉੱਠਦਾ ਹੈ, ਅਤੇ ਇਹ ਸਵਾਲ ਸਾਡੇ ਸਾਰਿਆਂ ਦੇ ਸੋਚਣ ਲਈ ਹੈ ਕਿ ਇਸ ਕੀਮਤੀ ਗਿਆਨ ਨੂੰ ਸਮਾਜ ਦੀ ਬਿਹਤਰੀ ਲਈ ਅੱਗੇ ਕਿਵੇਂ ਵਧਾਇਆ ਜਾਵੇ। ਇਹ ਸਿਰਫ ਇੱਕ ਸਵਾਲ ਨਹੀਂ, ਬਲਕਿ ਇੱਕ ਜ਼ਿੰਮੇਵਾਰੀ ਦਾ ਅਹਿਸਾਸ ਹੈ। ਅਤੇ ਇਸੇ ਜ਼ਿੰਮੇਵਾਰੀ ਨੂੰ ਨਿਭਾਉਣ ਦੇ ਕੰਮ ਨੂੰ ਇੱਕ ਬਹੁਤ ਹੀ ਖੂਬਸੂਰਤ ਨਾਮ ਦਿੱਤਾ ਗਿਆ ਹੈ, ਗਿਆਨ ਯੱਗ। ਯਾਨੀ ਗਿਆਨ ਨੂੰ ਵੰਡਣਾ ਵੀ ਇੱਕ ਯੱਗ ਵਾਂਗ ਪਵਿੱਤਰ ਕੰਮ ਹੈ, ਜਿਸ ਵਿੱਚ ਹਰ ਕੋਈ ਆਪਣੀ ਸਮਰੱਥਾ ਅਨੁਸਾਰ ਆਹੂਤੀ ਪਾ ਸਕਦਾ ਹੈ। ਤਾਂ ਆਓ ਇਸ ਪੂਰੀ ਯਾਤਰਾ ਦਾ ਸਾਰ ਦੇਖੀਏ। ਇਹ ਸ਼ੁਰੂ ਹੁੰਦੀ ਹੈ ਆਪਣੀ ਅੰਦਰੂਨੀ ਸ਼ਕਤੀ ਨੂੰ ਪਹਿਚਾਨਣ ਨਾਲ, ਫਿਰ ਉਪਾਸਨਾ ਅਤੇ ਪ੍ਰੇਮ ਦੇ ਅਭਿਆਸ ਨਾਲ ਇਸ ਨੂੰ ਵਿਕਸਿਤ ਕੀਤਾ ਜਾਂਦਾ ਹੈ। ਇਸ ਨਾਲ ਸਵੈ-ਮਾਣ ਅਤੇ ਸੰਤੋਖ ਪੈਦਾ ਹੁੰਦਾ ਹੈ। ਫਿਰ ਸੇਵਾ, ਸਾਦਗੀ ਅਤੇ ਗਿਆਨ ਰਾਹੀਂ ਇੱਕ ਉਦੇਸ਼ਪੂਰਨ ਜੀਵਨ ਜੀਵਿਆ ਜਾਂਦਾ ਹੈ। ਅਤੇ ਅਖੀਰ ਵਿੱਚ ਗਿਆਨੀ ਯੱਗ ਰਾਹੀਂ ਇਸ ਰੋਸ਼ਨੀ ਨੂੰ ਸਾਰੀ ਦੁਨੀਆ ਵਿੱਚ ਫੈਲਾਇਆ ਜਾਂਦਾ ਹੈ। ਹੁਣ ਸਵਾਲ ਇਹ ਹੈ ਕਿ ਇਸ ਮਹਾਨ ਯੱਗ ਵਿੱਚ ਪਹਿਲੀ ਆਹੂਤੀ ਕਦੋਂ ਪਾਈ ਜਾਵੇਗੀ?